बिस्मिल्लाहिर्रहमानिर्रहीम। अस्सलामु अलैकुम व रहमतुल्लाहि व बरकातहू। की हाल चाल है जी? ठीक ठाक हो? उम्मीद अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक ऐसा वाक़या सुणावांगा कि जिन्हों सुन के बंदा परेशान हो जाता, और मैं खुद भी परेशान हो गया सी। ते उस दी मुकम्मल तफसीलात अज की इस वीडियो दे विच मैं तुहानूं दसांगा। लो जी, चैनल ते नवें हो तो चैनल नूं सबसक्राइब, लाइक और शेयर जरूर कर देना, और नाल नाल घंटी दे बटन नूं जरूर दब देना ताकि जदों मेरी वीडियो नवीं अपलोड होवे उहदा नोटिफिकेशन तुहाडे तक पहुंच सके। इस तरह तुसीं मेरे नाल जुड़े रह सकते हो। ये एक अरबपति खानदान का वाकया कि उन्हां कोल लाइफ स्टाइल उन्हां दा ऐसा, गड्डियां लग्जरी किस्म दियां और शहाना अंदाज बंगला, ते वो छोटी जी मुख्तसर जी एक फैमिली हुंदी आ। ਉਹਦੇ ਵਿੱਚ ਜਿਹੜਾ ਲੜਕਾ ਹੁੰਦਾ ਉਹਦਾ ਨਾਮ ਹੁੰਦਾ ਅਭਿਸ਼ੇਕ ਮਲਕ, ਉਹਦੀ ਭੈਣ ਦਾ ਨਾਮ ਹੁੰਦਾ ਨੇਹਾ ਮਲਕ, ਉਹਦੇ ਵਾਲਿਦ ਦਾ ਨਾਮ ਹੁੰਦਾ ਪ੍ਰਦੀਪ ਮਲਕ, ਔਰ ਉਹਦੀ ਮਾਂ ਦਾ ਨਾਮ ਹੁੰਦਾ ਸੰਤੋਸ਼ ਦੇਵੀ। ਇਹ ਵਾਲਿਦ ਵਾਲਦਾ, ਇੱਕ ਭਾਈ ਇੱਕ ਭੈਣ ਹੁੰਦੇ ਨੇ। ਤੇ ਭਾਈ ਸਵੇਰ 10 ਵਜੇ ਉੱਠ ਕੇ ਚਲੇ ਜਾਂਦਾ ਬਾਹਰ, ਤੇ ਸ਼ਾਮ ਨੂੰ 5 ਵਜੇ ਆਂਦਾ, ਤੇ ਆ ਕੇ ਜਿਸ ਵੇਲੇ ਆਪਣੇ ਘਰ ਦਾ ਦਰਵਾਜ਼ਾ ਖੜਕਾਂਦਾ ਤੇ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ। ਉਹ ਆਪਣੀ ਅੰਮੀ ਦੇ ਮੋਬਾਈਲ ਤੇ ਫੋਨ ਕਰਦਾ, ਆਪਣੇ ਅੱਬੇ ਦੇ, ਆਪਣੀ ਭੈਣ ਦੇ ਮੋਬਾਈਲ ਤੇ ਫੋਨ ਕਰਦਾ, ਲੇਕਿਨ ਕੋਈ ਬੰਦਾ ਵੀ ਫੋਨ ਨਹੀਂ ਚੁੱਕਦਾ। ਉਹ ਆਪਣੇ ਪੜੋਸੀਆਂ ਨੂੰ, ਗੁਆਂਢੀਆਂ ਨੂੰ ਕਹਿੰਦਾ ਕਿ ਤੁਹਾਡੇ ਘਰ ਸੀੜੀ ਹੈਗੀ ਆ। ਉਹ ਕਹਿੰਦੇ ਸੀੜੀ ਹੈਗੀ ਆ। ਉਹ ਕਹਿੰਦੇ ਮੈਨੂੰ ਸੀੜੀ ਦਿਓ, ਮੈਂ ਛਲਾਂਗ ਲਗਾ ਕੇ ਘਰ ਵੇਖਾਂ ਵੀ ਇਹ ਦਰਵਾਜ਼ਾ ਕਿਉਂ ਨਹੀਂ ਖੋਲਦੇ, ਕੀ ਵਜ੍ਹਾ ਆ, ਤੇ ਘਰ ਕੋਈ ਹੈ ਜਾਂ ਨਹੀਂ ਹੈ। ਉਹਨੇ ਉਸ ਗੁਆਂਢੀਆਂ ਕੋਲੋਂ ਸੀੜੀ ਲਈ ਤੇ ਘਰ ਟੱਪ ਗਿਆ। ਜਿਸ ਵੇਲੇ ਜਾਂਦਾ ਵੇਖਦਾ ਅੱਗੇ ਉਹਦੇ ਅੱਬੇ ਦੀ ਲਾਸ਼, ਉਹਦੀ ਅੰਮੀ ਦੀ, ਉਹਦੀ ਭੈਣ ਦੀ ਲਾਸ਼ ਪਈ ਹੁੰਦੀ ਆ। ਤੇ ਉਹ ਦਰਵਾਜ਼ਾ ਖੋਲ ਕੇ ਰੋਣਾ ਪਿੱਟਣਾ ਸ਼ੁਰੂ ਕਰ ਦਿੰਦਾ, ਤੇ ਮਹੱਲੇ ਦੇ ਲੋਕ ਇਕੱਠੇ ਹੋ ਜਾਂਦੇ ਆ, ਵੇਖਦੇ ਨੇ ਕਿ ਇਹਨਾਂ ਨੂੰ ਕੌਣ ਕਤਲ ਕਰ ਗਿਆ ਤੇ ਇਸ ਕਤਲ ਦੀ ਵਜ੍ਹਾ ਕੀ ਸੀ। ਦੇ ਸਾਹਮਣੇ ਉਹ ਬਹੁਤ ਉੱਚੀ ਉੱਚੀ ਰੋ ਰਿਹਾ। ਇਹ ਤੁਸੀਂ ਵੀਡੀਓ ਵਿੱਚ ਵੇਖ ਲਓ ਕਿਸ ਤਰ੍ਹਾਂ ਉਹ ਆਪਣੇ ਪਿਓ ਦੇ ਨਾਲ ਇਜ਼ਹਾਰੇ ਮੁਹੱਬਤ ਕਰ ਰਿਹਾ, ਆਪਣੀ ਮਾਂ ਦੇ ਨਾਲ ਉੱਚੀ ਉੱਚੀ ਧਾਹਾਂ ਮਾਰ ਕੇ ਜਿਹਨੂੰ ਕਹਿੰਦੇ ਰੋਂਦਾ। ਤੇ ਲੋਕ ਬੜੇ ਪਰੇਸ਼ਾਨ ਹੋ ਗਏ। ਲੋਕ ਨੇ ਫਿਰ ਉੱਥੇ ਪੁਲਿਸ ਨੂੰ ਕਾਲ ਕੀਤੀ, ਪੁਲਿਸ ਆ ਗਈ। ਪੁਲਿਸ ਨੇ ਫਿਰ ਉਹਨੂੰ ਆਪਣੀ ਤਹਵੀਲ 'ਚ ਲਾਸ਼ਾਂ ਨੂੰ ਲਿਆ ਔਰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ। ਪੁਲਿਸ ਫਿਰ ਪੁੱਛਦੀ ਆ ਕਿ ਇਸ ਘਰ ਦੇ ਕਿੰਨੇ ਫਰਦ ਸੀ। ਉਹਨਾਂ ਨੇ ਦੱਸਿਆ ਇਸ ਘਰ ਦੇ ਵਿੱਚ 4 ਫਰਦ ਸੀ। 3 ਜਿਹੜੇ ਨੇ ਮਰ ਗਏ ਨੇ, ਇੱਕ ਜਿਹੜਾ ਬੇਟਾ ਉਹ ਜ਼ਿੰਦਾ ਬਚ ਗਿਆ। ਪੁਲਿਸ ਨੂੰ ਫਿਰ ਫੌਰੀ ਸ਼ੱਕ ਜਿਹੜਾ ਉਸ ਜ਼ਿੰਦਾ ਜਿਹੜਾ ਬਚ ਗਿਆ ਲੜਕਾ ਉਹਦੇ ਤੇ ਜਾਂਦਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਘਰ ਦੇ 3 ਅਫਰਾਦ ਕਤਲ ਹੋ ਜਾਣ, ਮਰ ਜਾਣ, ਔਰ ਇੱਕ ਬੰਦਾ ਜ਼ਿੰਦਾ ਬਚ ਜਾਏ। ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਹੈ ਤਹਿਕੀਕਾਤ ਕਰਦੀ ਆ, ਉਹਨੂੰ ਪੁੱਛਦੀ ਆ ਕਿ ਤੂੰ ਕਿੱਥੇ ਗਿਆ ਸੀ, ਤੂੰ ਜ਼ਿੰਦਾ ਬਚ ਗਿਆ। ਉਹਨੇ ਦੱਸਿਆ ਕਿ ਮੈਂ ਆਪਣੇ ਹਰਿਆਣਾ ਸ਼ਹਿਰ ਆ, ਉੱਥੇ ਇੱਕ ਹੋਟਲ ਦੇ ਵਿੱਚ ਉਹਦਾ ਨਾਂ ਲਿਆ, ਉੱਥੇ ਗਿਆ ਸੀ ਖਾਣਾ ਖਾਣ ਵਾਸਤੇ, ਕੋਈ ਦੋਸਤਾਂ ਦੀ ਪਾਰਟੀ ਸੀ, ਉੱਥੇ ਗਿਆ ਸੀ। ਪੁਲਿਸ ਕਹਿੰਦੀ ਹੈ ਠੀਕ ਆ। ਪੁਲਿਸ ਜਿਹੜੀ ਆ ਉੱਥੇ ਹਰਿਆਣਾ ਸ਼ਹਿਰ ਦੇ ਵਿੱਚ ਜਿਹੜਾ ਹੋਟਲ ਹੁੰਦਾ ਉੱਥੇ ਦੀ ਇੰਤਜ਼ਾਮੀਆ ਨਾਲ ਰਾਬਤਾ ਕਰਦੀ ਆ। ਉੱਥੇ ਜਾ ਕੇ ਵੇਖਦੀ ਆ ਕਿ ਅਭਿਸ਼ੇਕ ਮਲਕ ਨਾਂ ਦਾ ਤੁਹਾਡੇ ਕੋਲ ਬੰਦਾ ਇਸ ਡੇਟ ਨੂੰ ਆਇਆ ਸੀ। ਪੁਲਿਸ ਇਨਕਾਰੀ ਕਰ ਦਿੰਦੀ ਆ। ਉਹ ਕਹਿੰਦੀ ਆ ਸਾਨੂੰ ਨਹੀਂ ਪਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਬੰਦੇ ਆਉਂਦੇ ਨੇ, ਸਾਨੂੰ ਨਹੀਂ ਪਤਾ ਵੀ ਆਇਆ ਸੀ ਜਾਂ ਨਹੀਂ। ਪੁਲਿਸ ਨੇ ਕਿਹਾ ਤੁਸੀਂ ਇਸ ਤਰ੍ਹਾਂ ਕਰੋ, CCTV ਜਿਹੜੇ ਕੈਮਰੇ ਲੱਗੇ ਨੇ ਉਹਦੇ ਵਿੱਚ ਫੋਟੋ ਦੇਖ ਕੇ ਦੱਸੋ ਕਿ ਬੰਦਾ ਆਇਆ ਕਿ ਨਹੀਂ। ਉਹ ਦੇਖਿਆ 24 ਘੰਟੇ ਦੀ, ਜਦੋਂ ਉਹਦੇ ਵਿੱਚ CCTV ਫੋਟੋ ਵਗੈਰਾ ਦੇ ਵਿੱਚ ਦੇਖਿਆ, ਉਹਦੇ ਵਿੱਚ ਉਹ ਕਿਤੇ ਨਜ਼ਰ ਨਹੀਂ ਆਇਆ। ਪੁਲਿਸ ਨੂੰ ਪਤਾ ਲੱਗ ਗਿਆ ਕਿ ਇਹ ਝੂਠ ਬੋਲ ਰਿਹਾ, ਕੋਈ ਇਸ ਤਰ੍ਹਾਂ ਦਾ ਵਾਕਿਆ ਨਹੀਂ ਕਿ ਇਹ ਹਰਿਆਣਾ ਗਿਆ। ਪੁਲਿਸ ਉਹਨੂੰ ਦੂਸਰੇ ਦਿਨ ਥਾਣੇ ਬੁਲਾ ਲੈਂਦੀ ਆ। ਉਹਨੂੰ ਕਿਹਾ ਆਜੋ ਜੀ ਤੁਹਾਡੀ ਕੋਈ ਟਹਿਲ ਸੇਵਾ ਕਰੀਏ। ਉਹ ਉੱਥੇ ਅਭਿਸ਼ੇਕ ਮਲਕ ਪਹੁੰਚ ਜਾਂਦਾ। ਜਿਸ ਵੇਲੇ ਪਹੁੰਚਦਾ ਅਭਿਸ਼ੇਕ ਮਲਕ, ਪੁਲਿਸ ਉਹਨੂੰ ਪੁੱਛਦੀ ਆ ਵੀ ਤੂੰ ਹਰਿਆਣਾ ਨਹੀਂ ਸੀ ਗਿਆ, ਅਸੀਂ ਸਾਰੇ ਸਬੂਤ ਇਕੱਠੇ ਕਰ ਲਏ ਨੇ
ਤੇ ਤੂੰ ਇਸ ਤਰ੍ਹਾਂ ਕਰ, ਸੱਚੀ ਸੱਚੀ ਸਹੀ ਸਹੀ ਦੱਸ ਦੇ ਕਿੱਥੇ ਗਿਆ ਸੀ ਤੇ ਇਹਨਾਂ ਨੂੰ ਕਿਹਨੇ ਕਤਲ ਕੀਤਾ। ਤੇ ਆਖਰ ਦੇ ਵਿੱਚ ਫਿਰ ਜਦੋਂ ਪੁਲਿਸ ਨੇ ਉਹਦੀ ਟਹਿਲ ਸੇਵਾ ਕੀਤੀ ਤੇ ਉਹ ਡਰ ਗਿਆ, ਮੰਨ ਗਿਆ। ਉਹਨੇ ਦੱਸਿਆ ਕਿ ਇਹ ਸਾਰੇ ਤਿੰਨਾਂ ਨੂੰ ਮੈਂ ਕਤਲ ਕੀਤਾ। ਉਹਨੂੰ ਪੁੱਛਿਆ, ਹਾਂ ਬਈ ਇਹਨਾਂ ਤਿੰਨਾਂ ਨੂੰ ਕਤਲ ਕਰਨੇ ਦੀ ਵਜ੍ਹਾ ਕੀ ਸੀ। ਉਹਨੇ ਫਿਰ ਦੱਸਿਆ ਕਿ ਮੈਂ ਇੱਕ ਦਿਨ ਆਪਣੇ ਘਰ ਕਮਰੇ ਦੇ ਵਿੱਚ ਆਪਣੇ ਦੋਸਤ ਕਾਰਤਿਕ ਦੇ ਨਾਲ ਬਰਨਾ ਹਾਲਤ ਦੇ ਵਿੱਚ ਗਲਤ ਕਿਸਮ ਦਾ ਕੰਮ ਕਰਦਿਆਂ ਹੋਇਆਂ ਮੈਨੂੰ ਮੇਰੀ ਭੈਣ ਨੇ ਵੇਖ ਲਿਆ ਸੀ। ਸਾਡੇ ਘਰ ਦੇ ਵਿੱਚ ਰਿਵਾਜ ਆ ਕਿ ਜਦੋਂ ਵੀ ਕਿਸੇ ਦਾ ਕੋਈ ਦਰਵਾਜ਼ਾ ਖੜਕਾਣੇ ਤੋਂ ਬਗੈਰ ਅੰਦਰ ਨਹੀਂ ਆ ਸਕਦਾ, ਲੇਕਿਨ ਉਸ ਦਿਨ ਮੈਂ ਦਰਵਾਜ਼ਾ ਨਹੀਂ ਲਾ ਸਕਿਆ ਔਰ ਮੇਰੀ ਭੈਣ ਨੇਹਾ ਮਲਕ ਜਿਹੜੀ ਉੱਤੇ ਆ ਗਈ, ਉਹਨੇ ਸਾਨੂੰ ਨੰਗਿਆਂ ਦੋਨਾਂ ਨੂੰ ਵੇਖ ਲਿਆ, ਜਿਹਦੀ ਵਜ੍ਹਾ ਨਾਲ ਫਿਰ ਉਹਨੇ ਮੇਰੇ ਅੱਬੇ ਨੂੰ ਦੱਸਿਆ ਔਰ ਮੇਰੀ ਅੰਮੀ ਨੂੰ ਦੱਸਿਆ ਤੇ ਇਸ ਤਰ੍ਹਾਂ ਮੇਰੀ ਭੈਣ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਫਿਰ ਮੈਂ ਜਿਹੜਾ ਸੀ ਬੜਾ ਪਰੇਸ਼ਾਨ ਹੋ ਗਿਆ। ਫਿਰ ਮੇਰੇ ਅੱਬੂ ਨੇ ਮੈਨੂੰ ਬੜਾ ਡਾਂਟਿਆ, ਬੁਲਵਾਇਆ। ਉਹਨੇ ਕਿਹਾ ਕੀ ਤੂੰ ਇਹ ਗਏ ਵਗੈਰਾ ਇਹ ਜ਼ਹਿਨ ਚੋਂ ਕੱਢ ਦੇ ਵੀ ਤੂੰ ਗਏ ਆ। ਉਹਨੇ ਕਿਹਾ ਪਾਪਾ ਮੈਂ ਗਏ ਆ ਤੇ ਮੈਂ ਕਾਰਤਿਕ ਦੇ ਨਾਲ ਹੀ ਪਿਆਰ ਕਰਦਾ, ਇਸ ਵਜ੍ਹਾ ਨਾਲ ਅਸੀਂ ਦੋਨੋਂ ਗਏ ਆ, ਉਹ ਵੀ ਗਏ ਆ। ਤੇ ਉਹਦੇ ਬਾਪ ਨੇ ਉਹਨੂੰ ਚੰਗਾ ਮੰਡਿਆ ਮੁੰਡਿਆ। ਉਹ ਜਿਹੜੇ ਉਹਦੇ ਕੋਲ ਮੋਬਾਈਲ ਸੀ ਔਰ ਜਿਹੜਾ ਉਹਦੇ ਬੈਂਕ ਦੇ ਵਿੱਚ ਉਹਦੇ ਅਕਾਊਂਟ 'ਚ ਪੈਸੇ ਰਖਾਏ ਸੀ ਉਹ ਸਾਰੇ ਕਢਾ ਲਏ। ਉਹਨੇ ਕਿਹਾ ਬਿਲਕੁਲ ਇਹ ਜ਼ੇਨ ਚੋਂ ਕੱਢ ਤੇ ਆਪਣਾ ਜ਼ੇਨ ਵਾਲਾ ਜਿਹੜਾ ਖਾਨਾ ਉਹ ਬਿਲਕੁਲ ਖਾਲੀ ਕਰ ਦੇ ਵੀ ਤੂੰ ਗਏ ਆ, ਤੂੰ ਬਿਲਕੁਲ ਠੀਕ ਠਾਕ ਇੱਕ ਮਰਦ ਆ, ਇਨਸਾਨ ਆ, ਇਹ ਜ਼ੇਨ ਚੋਂ ਕੱਢ ਦੇ ਇਹੋ ਜਿਹੀਆਂ ਗੱਲਾਂ। ਤੇ 2-3 ਮਹੀਨੇ ਬਾਅਦ ਜਿਸ ਵੇਲੇ ਉਹ ਉਹਨੂੰ ਇਤਮਾਦ ਦਵਾ ਲੈਂਦਾ ਆਪਣੇ ਪਿਓ ਨੂੰ, ਉਹ ਕਹਿੰਦਾ ਜੀ ਮੈਂ ਹੁਣ ਬਿਲਕੁਲ ਠੀਕ ਹੋ ਗਿਆ। ਉਹਦਾ ਪਿਓ ਕਹਿੰਦਾ ਚਲੋ ਠੀਕ ਹੋ ਗਿਆ ਤਾਂ ਉਹ ਵੀ ਬੜਾ ਖੁਸ਼ ਹੋ ਗਿਆ। ਉਹਨੇ ਮੋਬਾਈਲ ਵਾਪਸ ਦੇ ਦਿੱਤਾ ਔਰ ਦੁਬਾਰਾ ਫਿਰ ਉਹਦੇ ਅਕਾਊਂਟ ਦੇ ਵਿੱਚ ਪੈਸੇ ਪੂਸੇ, ਬੈਂਕ ਬੈਲੈਂਸ, ਸਾਰਾ ਕੁਝ। ਫਿਰ ਉਹ ਜਿਸ ਵੇਲੇ ਮੋਬਾਈਲ ਉਹਨੂੰ ਮਿਲ ਜਾਂਦਾ ਉਹ ਫਿਰ ਕਾਰਤਿਕ ਦੇ ਨਾਲ ਦੁਬਾਰਾ ਰਾਬਤਾ ਕਰਦਾ। ਉਹ ਜਿਹੜਾ ਗੇ ਹੁੰਦਾ ਉਹਦਾ ਦੋਸਤ, ਉਹਨੂੰ ਕਹਿੰਦਾ ਯਾਰ ਇਸ ਤਰ੍ਹਾਂ ਮੇਰੇ ਉੱਤੇ ਪਾਬੰਦੀ ਲੱਗ ਗਈ ਸੀ ਤੇ ਇਦਾਂ ਹੋਇਆ ਤੇ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ ਤੇ ਤੂੰ ਮੇਰੇ ਤੋਂ ਬਗੈਰ ਨਹੀਂ ਰਹਿ ਸਕਦਾ। ਆਪਾਂ ਦੋਨੋਂ ਹੁਣ ਰਲ ਕੇ ਇੱਕ ਪਲਾਨਿੰਗ ਬਣਾਈਏ। ਉਹਨੇ ਕਿਹਾ ਕਿ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਡੇ ਕੋਲ ਪੈਸਾ, ਜਾਇਦਾਦ, ਮਾਲ ਬੜਾ ਆ, ਮੇਰੇ ਪਿਓ ਦੇ ਨਾਮ ਬੜੀ ਜਾਇਦਾਦ ਆ, ਕਾਰੋਬਾਰ ਆ। ਆਪਾਂ ਇਸ ਤਰ੍ਹਾਂ ਪਲਾਨਿੰਗ ਬਣਾਈਏ ਕਿ ਇਹਨਾਂ ਨੂੰ ਆਪਾਂ ਮਾਰ ਦਈਏ। ਉਸ ਤੋਂ ਬਾਅਦ ਇਹ ਸਾਰਾ ਬੈਂਕ ਬੈਲੈਂਸ ਜਿੰਨਾ ਵੀ ਆ ਸਾਰਾ ਮੇਰੇ ਨਾਮ ਹੋ ਜਾਏਗਾ, ਮੇਰੇ ਕੋ ਆ ਜਾਏਗਾ। ਆਪਾਂ ਫਿਰ ਯੂਰਪ ਕੰਟਰੀ ਨਿਕਲ ਜਾਾਂਗੇ, ਉਧਰ ਜਾ ਕੇ ਹਮ ਜਿਨਸ ਪ੍ਰਸਤੀ ਕਰਾਂਗੇ, ਕਿਉਂਕਿ ਯੂਰਪ ਕੰਟਰੀ 'ਚ ਹਮ ਜਿਨਸ ਪ੍ਰਸਤੀ ਜਾਇਜ਼ ਆ। ਕਿਉਂਕਿ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਇਹ ਜਿਹੜੇ ਨੇ ਵੀ ਇਸਲਾਮੀ ਮੁਲਕ ਆ, ਇਹਨਾਂ ਦੇ ਵਿੱਚ ਹਮ ਜਿਨਸ ਪ੍ਰਸਤੀ ਜਾਇਜ਼ ਨਹੀਂ ਹੈਗੇ। ਤੇ ਉਹ ਕਹਿੰਦੇ ਠੀਕ ਹੈ, ਪਲਾਨਿੰਗ ਠੀਕ ਆ। ਤੇ ਉਹ ਜਿਹੜਾ ਅਭਿਸ਼ੇਕ ਮਲਿਕ ਆ ਪਿਸਟਲ ਲੈਂਦਾ ਤੇ ਲੈ ਕੇ ਉਹਦਾ ਵਾਲਦ ਅੰਦਰ ਪਿਆ ਹੁੰਦਾ, ਜਾਂਦਾ ਸਰਾਣਾ ਲੈ ਕੇ ਤੇ ਸਰਾਣੇ ਦੇ ਵਿੱਚੋਂ ਫਾਇਰ ਮਾਰਦਾ। ਤੇ ਕਿਉਂਕਿ ਸਰਾਣਾ ਰੱਖ ਕੇ ਆਵਾਜ਼ ਨਹੀਂ ਜ਼ਿਆਦਾ ਆਉਂਦੀ ਤੇ ਫਿਰ ਉਸ ਤੋਂ ਬਾਅਦ ਜਾਂਦਾ। ਉਹ ਕਹਿੰਦਾ ਕਿ ਮੈਂ ਆਪਣੀ ਭੈਣ ਜਿਹੜੀ ਸੀ ਹੈੱਡਫੋਨ ਲਾ ਕੇ ਬੈਠੀ, ਉਹਦੇ ਕੋਲ ਗਿਆ, ਪਿੱਛੋਂ ਜਾ ਕੇ ਹੌਲੀ ਦੇਣੀ ਉਹਨੂੰ ਫਾਇਰ ਮਾਰਿਆ, ਉਹ ਵੀ ਡਿੱਗ ਪਈ। ਉਸ ਤੋਂ ਬਾਅਦ ਫਿਰ ਮੈਂ ਆਪਣੀ ਅੰਮੀ ਦੇ ਕੋਲ ਗਿਆ ਜਿਹੜੀ ਕਿਚਨ ਦੇ ਵਿੱਚ ਕੰਮਕਾਰ ਕਰ ਰਹੀ ਸੀ ਔਰ ਸਾਨੂੰ ਨਾਸ਼ਤੇ ਤੋਂ ਬਾਅਦ ਬਰਤਨ ਜਿਹੜੇ ਸੀ ਕੁੰਜ ਰਹੀ ਸੀ, ਸਮੇਟ ਰਹੀ ਸੀ। ਮੈਂ ਉਹਨੂੰ ਜਾ ਕੇ ਫੈਰ ਮਾਰਿਆ ਉੱਥੇ। ਇਸ ਤਰ੍ਹਾਂ ਅੰਮੀ ਜਿਹੜੀ ਉਹ ਵੀ ਡਿੱਗ ਪਈ। ਉਸ ਤੋਂ ਬਾਅਦ ਇਹਨਾਂ ਨੂੰ ਮੈਂ ਮਾਰ ਕੇ ਬਾਹਰੋਂ ਤਾਲਾ ਲਾ ਕੇ ਨਿਕਲ ਗਿਆ ਔਰ ਸ਼ਾਮ ਨੂੰ ਫਿਰ 5 ਵਜੇ ਆ ਕੇ ਇਹ ਡਰਾਮਾ ਰਚਾਇਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਮੈਂ ਨਹੀਂ ਇਹਨਾਂ ਨੂੰ ਮਾਰਿਆ। ਤੇ ਇਸ ਤਰ੍ਹਾਂ ਉਸ ਬੰਦੇ ਨੇ ਆਪਣੀ ਅੰਮੀ, ਆਪਣੀ ਭੈਣ, ਆਪਣੇ ਅੱਬੂ ਨੂੰ, ਤਿੰਨਾਂ ਨੂੰ ਸਿਰਫ ਗੇ ਹੋਣ ਦੀ ਵਜ੍ਹਾ ਨਾਲ, ਉਹ ਕਾਰਤਿਕ ਦੇ ਨਾਲ ਤਾਲੁਕਾਤ ਰੱਖਣ ਦੀ ਵਜ੍ਹਾ ਨਾਲ ਤਿੰਨਾਂ ਨੂੰ ਟਪਾਤਾ, ਮਾਰ ਦਿੱਤਾ। ਤੇ ਇਸ ਤਰ੍ਹਾਂ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਤਾਂ ਹੋ ਗਿਆ, ਯਾਨੀ ਮਾਰ ਕੱਢਿਆ, ਲੇਕਿਨ ਉਹ ਜਾ ਨਹੀਂ ਸਕਿਆ ਯੂਰਪ। ਹੁਣ ਉਹ ਆਪਣੀ ਸਾਰੀ ਉਮਰ ਜੇਲ੍ਹ ਦੇ ਵਿੱਚ ਜ਼ਿੰਦਗੀ ਗੁਜ਼ਾਰੇਗਾ। ਇਸ ਤਰ੍ਹਾਂ ਦਾ ਇਹ ਵਾਕਿਆ ਸੀ ਜਿਹੜਾ ਤੁਹਾਨੂੰ ਮੈਂ ਸੁਣਾਇਆ। ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਆਪਣੇ ਬੱਚਿਆਂ ਦੀ ਸੋਹਬਤ ਦੇਖਣੀ ਚਾਹੀਦੀ ਹੈ, ਕਿਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਬਹਿੰਦੇ ਉੱਠਦੇ ਨੇ। ਤੇ ਜਦ ਤੱਕ ਵਾਲਿदैन ਆਪਣੀ ਜ਼ਿੰਮੇਵਾਰੀ ਦੇ ਨਾਲ ਬੱਚਿਆਂ ਨੂੰ ਵੇਖੇਗਾ ਨਹੀਂ, ਉਹਨਾਂ ਨੂੰ ਪੈਸਾ ਦੇ ਕੇ ਹੋਰ ਅਜੈਸ਼ੀ ਕਰਵਾਏਗਾ ਤੇ ਫਿਰ ਬੱਚੇ ਜਿਹੜੇ ਨੇ ਖਰਾਬ ਹੁੰਦੇ ਨੇ। ਆਪਣੇ ਬੱਚਿਆਂ ਤੇ ਨਜ਼ਰ ਰੱਖਣੀ ਚਾਹੀਦੀ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਦੇ ਵਿੱਚ ਰੱਖੇ। अस्सलामु अलैकुम व रहमतुल्लाहि व बरकातुहू।